ਸੋ ਇਸ ਹਫ਼ਤੇ ਬਾਈ ਜੀ ਫਿਰ ਕੀ ਸਾਡੀਆਂ ਅਪਡੇਟਸ ਆ ਜੋ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਨੇ ਜੀ? ਇਸ ਹਫ਼ਤੇ ਜੀ ਬਹੁਤ ਮੇਜਰ ਅਪਡੇਟ ਆਈ ਆ। 19 ਸਤੰਬਰ 2020 ਤੋਂ ਇੱਕ ਨਵਾਂ ਇੰਸਟਰੂਮੈਂਟ ਆ ਜਿਹੜਾ ਉਹ ਇੰਪਲੀਮੈਂਟ ਹੋਣਾ। ਹਾਂਜੀ ਜਿੱਦਾਂ ਜੁਲਾਈ ਦੇ ਸੈਕੰਡ ਕੇ ਥਰਡ ਵੀਕ ਆਪਾਂ ਨੇ ਗੱਲ ਕੀਤੀ ਸੀਗੀ ਟੈਂਪਰੇਰੀ ਵੀਜ਼ਾ ਹੋਲਡਰਸ ਲਈ, ਜਿਹੜੇ ਐਪਲੀਕੈਂਟ ਨੇ ਸਬ ਕਲਾਸ 485 ਲਈ। ਇਮੀਗ੍ਰੇਸ਼ਨ ਮਿਨਿਸਟਰ ਨੇ ਇੱਥੇ ਅਨਾਉਂਸਮੈਂਟ ਕੀਤੀ ਸੀ ਵੀ ਜਿਹੜੇ ਬਾਹਰ ਸਟਕ ਨੇ ਉਹਨਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਆ, ਉਹ 485 ਵੀਜ਼ਾ ਐਪਲੀਕੇਸ਼ਨ ਬਾਹਰੋਂ ਬੈਠੇ ਹੋਏ ਅਪਲਾਈ ਕਰ ਸਕਦੇ ਆ। ਠੀਕ ਆ, ਹਾਂਜੀ ਹੁਣ ਉਹਦਾ ਜਿਹੜਾ ਲੈਜਿਸਲੇਟਿਵ ਅਪਡੇਟ ਆ ਉਹ ਆ ਗਿਆ। ਮੈਂ ਦਰਸ਼ਕਾਂ ਨੂੰ ਕਹੂੰਗਾ ਥੋੜਾ ਜਿਹਾ ਇਹ ਕੰਪਲੀਕੇਟਡ ਆ। ਠੀਕ ਆ, ਜਿਹੜਾ ਸਮਝ ਗਿਆ ਉਹਦੇ ਲਈ ਤਾਂ ਬਹੁਤ ਸਿੰਪਲ ਆ, ਪਰ 3 ਚੀਜ਼ਾਂ ਮੈਂ ਸਮਝਾਉਣੀਆਂ ਨੇ। ਜੇ ਕਿਸੇ ਨੂੰ ਨਹੀਂ ਪਤਾ ਲੱਗੂਗਾ ਤਾਂ ਅਸੀਂ ਵੀਡੀਓ ਇਹ ਦੁਬਾਰਾ YouTube ਤੇ ਪਾ ਦੇਣੀ ਆ, ਤੁਸੀਂ ਇਹਨੂੰ ਬੈਕ ਕਰਕੇ ਸੁਣ ਲੈਣਾ। ਠੀਕ ਆ, ਤੇ ਜਿਹੜੀ ਵੀ ਐਡਵਾਈਸ ਅਸੀਂ ਇੱਥੇ ਦਿੰਨੇ ਆ, ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਵਾਂ, ਇਹ ਜਨੈਰਿਕ ਆ, ਇਹ ਜ਼ਰੂਰੀ ਨਹੀਂ ਹੈਗਾ ਵਨ ਫਿਟ ਆਲ ਸਾਰਿਆਂ ਤੇ ਇਹ ਲਾਗੂ ਹੋਊਗੀ। ਤੇ ਦੂਸਰੀ ਚੀਜ਼, ਜਿਹੜੀ ਮਾਈਗ੍ਰੇਸ਼ਨ ਲੈਜਿਸਲੇਸ਼ਨ ਹੈ ਡੇਲੀ ਵਾਂਗੂ ਚੇਂਜ ਹੁੰਦੀ ਹੈ। ਇਹ ਨਾ ਸੋਚਿਓ ਵੀ ਜਿਹੜੀ ਐਡਵਾਈਸ ਅੱਜ ਦਿੱਤੀ ਗਈ ਆ ਤੁਸੀਂ 6 ਮਹੀਨੇ ਬਾਅਦ ਕਹੋ ਵੀ ਤੁਸੀਂ ਤਾਂ ਵੀਡੀਓ 'ਚ ਇਹ ਗੱਲ ਕਹੀ ਸੀ। ਇਹ ਅੱਜ ਲਈ ਕਰੈਕਟ ਆ, ਜਿਹੜੀ ਕਿ ਡੇਟ ਅੱਜ 20 ਸਤੰਬਰ 2020 ਆ। ਠੀਕ ਆ, ਇਸ ਤੋਂ ਬਾਅਦ ਜੋ ਹੁੰਦਾ ਜਾਂ ਚੇਂਜ ਹੁੰਦਾ ਉਹ ਸਮੇਂ-ਸਮੇਂ ਤੇ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਦੇ ਰਹਿੰਦੇ ਆ, ਤੇ ਇਹਨੂੰ ਫਿਊਚਰ ਲਈ ਨਾ ਸਮਝਿਆ ਜਾਵੇ। ਪਰ ਜਿਹੜੀਆਂ ਕੰਸੈਸ਼ਨਸ ਆਈਆਂ ਨੇ ਉਹ ਕਿੱਦਾਂ ਕੰਮ ਕਰਨਗੀਆਂ, ਉਹਨਾਂ ਨੂੰ ਕਹਿੰਦੇ ਮਾਈਗ੍ਰੇਸ਼ਨ ਅਮੈਂਡਮੈਂਟ ਕੀਤੀ ਆ ਰੈਗੂਲੇਸ਼ਨ ਦੇ ਵਿੱਚ। ਜਿਹੜੀ ਵੀ ਮਾਈਗ੍ਰੇਸ਼ਨ ਲੈਜਿਸਲੇਸ਼ਨ ਆ ਜਾਂ ਪਾਲਿਸੀਜ਼ ਨੇ, ਇਹ 2 ਤਰੀਕਿਆਂ ਨਾਲ ਬਣਦੀਆਂ ਨੇ। ਇੱਕ ਮਾਈਗ੍ਰੇਸ਼ਨ ਐਕਟ ਆ, ਇੱਕ ਮਾਈਗ੍ਰੇਸ਼ਨ ਰੈਗੂਲੇਸ਼ਨ ਨੇ। ਠੀਕ ਆ, ਜਿਹੜਾ ਮਾਈਗ੍ਰੇਸ਼ਨ ਐਕਟ ਆ 1958 ਦੇ ਵਿੱਚ ਹੋਂਦ 'ਚ ਆਇਆ ਸੀ। ਉਸ ਤੋਂ ਬਾਅਦ ਜਦੋਂ ਦੇਖਿਆ ਵੀ ਇਹਦੇ ਨਾਲ ਸਰਦਾ ਨਹੀਂ, ਫਿਰ ਮਾਈਗ੍ਰੇਸ਼ਨ ਰੈਗੂਲੇਸ਼ਨਸ ਆਈਆਂ 1994 'ਚ। ਹੁਣ 1994 ਵਾਲੀਆਂ ਰੈਗੂਲੇਸ਼ਨ ਜਿਹੜੀਆਂ ਸੀਗੀਆਂ, ਟਾਈਮ ਟੂ ਟਾਈਮ ਉਹਨਾਂ ਦੇ ਵਿੱਚ ਥੋੜੀਆਂ ਬਹੁਤੀਆਂ ਚੇਂਜਸ ਇੰਸਟਰੂਮੈਂਟ ਲਿਆ ਕੇ ਕੀਤੀਆਂ ਜਾਂਦੀਆਂ ਸੀ। ਹੁਣ ਉਹਦੀ ਅਮੈਂਡਮੈਂਟ ਕੋਵਿਡ ਕਰਕੇ ਕੰਸੈਸ਼ਨਸ ਦਿੱਤੇ ਨੇ, ਇਹਨੂੰ ਕਹਿੰਦੇ ਆ ਮਾਈਗ੍ਰੇਸ਼ਨ ਅਮੈਂਡਮੈਂਟ COVID-19 ਕੰਸੈਸ਼ਨ ਰੈਗੂਲੇਸ਼ਨਸ 2020। ਹੁਣ ਆਪਾਂ ਇਹਦੇ ਵਿੱਚ ਗੱਲ ਕਰਨੀ ਆ, ਇਹ ਜਿਹੜੀਆਂ ਚੇਂਜਸ ਨੇ ਉਹ ਕੀ ਨੇ। ਠੀਕ ਆ, ਜਿਹੜੇ ਆਫਸ਼ੋਰ ਸਟੂਡੈਂਟ ਵੀਜ਼ਾ ਹੋਲਡਰ ਜਾਂ ਜਿਨ੍ਹਾਂ ਦੀ ਪੜ੍ਹਾਈ ਮੁੱਕ ਚੁੱਕੀ ਆ, ਜਿਹੜੇ TR ਪਾਉਣ ਤੋਂ ਵਾਂਝੇ ਸੀਗੇ, ਉਹਨਾਂ ਲਈ ਇਹ ਬਹੁਤ ਇੰਪੋਰਟੈਂਟ ਅਪਡੇਟ ਆ। ਇਹ ਜਿਹੜੀ ਕੰਸੈਸ਼ਨਸ ਨੇ, ਹੁਣ ਬਾਈ ਜੀ ਆਪਾਂ ਇਹਦੇ ਤੇ ਚੱਲੀਏ। ਹਾਂਜੀ, ਜਿਹੜੀਆਂ ਮਾਈਗ੍ਰੇਸ਼ਨ ਅਮੈਂਡਮੈਂਟ COVID-19 ਕੰਸੈਸ਼ਨਸ ਨੇ ਜਾਂ ਜਿਹੜੀ ਰੈਗੂਲੇਸ਼ਨ 2020 ਜਿਹੜੀਆਂ ਮਿਨਿਸਟਰਸ ਨੇ, ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਉਂਸ ਕੀਤੀਆਂ ਨੇ, ਜਿਹੜੀਆਂ ਕਿ ਇੰਪਲੀਮੈਂਟ ਕੱਲ ਤੋਂ ਹੋ ਚੁੱਕੀਆਂ ਨੇ 19 ਸਤੰਬਰ 2020 ਤੋਂ। ਇਹ ਕੰਮ ਕਿਵੇਂ ਕਰਨਗੀਆਂ? ਪਹਿਲਾਂ ਤਾਂ ਵਰਡ ਮੈਂ ਕੰਸੈਸ਼ਨ ਦੀ ਗੱਲ ਦੱਸ ਦਵਾਂ, ਇਹ ਕੰਸੈਸ਼ਨ ਆਇਆ ਕਿਉਂ। ਜਿੰਨੀਆਂ ਵੀ ਇਹ ਅਮੈਂਡਮੈਂਟਸ ਜਾਂ ਚੇਂਜਸ ਆਈਆਂ ਨੇ, ਇਹ ਉਹਨਾਂ ਚਿਰ ਹੀ ਐਪਲੀਕੇਬਲ ਨੇ ਜਦੋਂ ਤੱਕ ਕੰਸੈਸ਼ਨ ਪੀਰੀਅਡ ਆ ਜਿਹੜਾ ਇਹ ਚਾਲੂ ਹੋਊ। ਇਸ ਕਰਕੇ ਵਰਡ ਕੰਸੈਸ਼ਨ ਆਇਆ। ਇਹ ਕੰਸੈਸ਼ਨ ਪੀਰੀਅਡ ਦੇ ਦੌਰਾਨ ਜਿਹੜੇ ਐਪਲੀਕੈਂਟਸ ਨੇ ਵੀਜ਼ਾ ਐਪਲੀਕੇਸ਼ਨ ਲਈ ਅਪਲਾਈ ਕਰਨਾ, ਠੀਕ ਆ, ਚਾਹੇ ਉਹ ਕਿਹੜੀ ਵੀ ਸਬ ਕਲਾਸ ਆ, 887 ਆ, 888 ਆ, 790 ਆ ਜਾਂ 485 ਆ। ਇੱਥੇ ਆਪਾਂ ਗੱਲ ਕਰਾਂਗੇ ਅੱਜ 887 ਤੇ 485 ਦੀ, ਕਿਉਂਕਿ ਦੂਜੀਆਂ 2 ਸਬ ਕਲਾਸਿਸ ਆਪਣੇ ਭਾਈਚਾਰੇ 'ਚ ਜ਼ਿਆਦਾ ਪਪੂਲਰ ਨਹੀਂ ਹੈਗੀਆਂ। ਠੀਕ ਆ, ਜਿਹੜੀ ਉਹਨਾਂ ਨੇ ਵੀਜ਼ਾ ਐਪਲੀਕੇਸ਼ਨ ਲਾਉਣੀ ਆ, ਇਹ ਕੰਸੈਸ਼ਨਸ ਦਾ ਉਹ ਫਾਇਦਾ ਲੈ ਸਕਦੇ ਆ ਜੇ ਕੰਸੈਸ਼ਨ ਪੀਰੀਅਡ ਦੇ ਦੌਰਾਨ ਉਹ ਵੀਜ਼ਾ ਅਪਲਾਈ ਕਰਦੇ ਆ, ਚਾਹੇ ਉਹ ਇਹ ਸਬ ਕਲਾਸ ਚੋਂ ਕਿਹੜਾ ਵੀ ਵੀਜ਼ਾ। ਉਹ ਜਿਹੜਾ ਕੰਸੈਸ਼ਨ ਪੀਰੀਅਡ ਆ, ਉਹ ਕੰਸੈਸ਼ਨ ਪੀਰੀਅਡ ਉਹ ਆ ਜਦੋਂ ਤੱਕ COVID-19 ਪੈਂਡੇਮਿਕ ਚੱਲ ਰਹੀ ਹੈ। ਹੁਣ ਉਹਨਾਂ ਨੇ ਇਹਨੂੰ ਬੈਕ ਡੇਟ ਕਰਤਾ 1 ਫਰਵਰੀ 2020 ਤੋਂ ਲੈ ਕੇ ਜਦੋਂ ਤੱਕ ਇਹ ਕੰਸੈਸ਼ਨ ਪੀਰੀਅਡ ਚੱਲੂਗਾ। ਅਜੇ ਇਹ ਚੱਲ ਰਿਹਾ। ਇੱਕ ਰੈਗੂਲੇਸ਼ਨ 1.15N ਨਵੀਂ ਆਈ ਆ, ਉਹਦੇ ਤਹਿਤ ਮਿਨਿਸਟਰ ਕਦੇ ਵੀ ਕੰਸੈਸ਼ਨ ਪੀਰੀਅਡ ਨੂੰ ਐਂਡ ਕਰ ਸਕਦਾ। ਅਜੇ ਇਹਦੀ ਕੋਈ ਫਿਊਚਰ ਡੇਟ ਨਿਰਧਾਰਿਤ ਨਹੀਂ ਕੀਤੀ। ਕਿਉਂ? ਕਿਉਂਕਿ ਅਜੇ ਫਲਾਈਟਸ ਵੀ ਬੰਦ ਨੇ,
ਬਾਰਡਰ ਵੀ ਬੰਦ ਨੇ, ਪੈਂਡੈਮਿਕ ਚੱਲ ਰਹੀ ਆ, ਜਿਹੜਾ ਕੋਵਿਡ ਆ ਉਹਦਾ ਅਸਰ ਬੰਦ ਨਹੀਂ ਹੋਇਆ। ਇਸ ਕਰਕੇ ਇਹ ਜਿਹੜਾ ਕੰਸੈਸ਼ਨ ਪੀਰੀਅਡ ਆ ਇਹ ਫਿਊਚਰ ਡੇਟ ਤੱਕ ਚੱਲੂਗਾ। ਉਹ ਫਿਊਚਰ ਡੇਟ ਕਿਹੜੀ ਹੋਊਗੀ? ਰੈਗੂਲੇਸ਼ਨ 1.15 N ਦੇ ਵਿੱਚ ਐਕਸਪਲੇਨ ਕੀਤੀ ਜਾਊਗੀ। ਇੰਸਟਰੂਮੈਂਟ ਦੁਆਰਾ ਮਿਨਿਸਟਰ ਫਿਊਚਰ ਡੇਟ ਨੂੰ ਵਧਾ ਵੀ ਸਕਦਾ, ਕਹਿ ਵੀ ਸਕਦਾ ਵੀ ਉਦੋਂ ਐਂਡ ਹੋਊਗਾ, ਜਦੋਂ ਨਵਾਂ ਕੰਸੈਸ਼ਨ ਪੀਰੀਅਡ ਵੀ ਇਹਦੇ ਵਿੱਚ ਆ ਸਕਦਾ। ਸੋ ਇਨ ਅ ਨਟਸ਼ੈਲ ਕੰਸੈਸ਼ਨ ਪੀਰੀਅਡ ਸਟਾਰਟ ਹੋਇਆ 1 ਫਰਵਰੀ 2020 ਤੋਂ, ਅਜੇ ਚੱਲ ਰਿਹਾ, ਕਿਸੇ ਵੀ ਫਿਊਚਰ ਡੇਟ ਤੇ ਇਹਨੂੰ ਐਂਡ ਕੀਤਾ ਜਾ ਸਕਦਾ। ਠੀਕ ਆ, ਹੁਣ ਆਪਾਂ ਇਹਦੇ ਵਿੱਚ ਆਈਏ। ਹਾਂਜੀ, ਇਹ ਕੰਮ ਕਿੱਦਾਂ ਕਰਨੀ ਹੈ। ਠੀਕ ਆ, ਪਹਿਲਾਂ ਆਪਾਂ ਗੱਲ ਕਰਦੇ ਹਾਂ ਸਬ ਕਲਾਸ 485 ਦੀ। ਹਾਂਜੀ, ਹੁਣ ਤੱਕ ਕੀ ਸੀਗਾ? ਸਬ ਕਲਾਸ 485 ਔਨਸ਼ੋਰ ਲੱਗਦੀ ਸੀਗੀ, ਜਿਹੜੀ ਐਪਲੀਕੇਸ਼ਨ ਸੀ ਉਹ ਔਨਸ਼ੋਰ ਅਪਲਾਈ ਕੀਤੀ ਜਾਂਦੀ ਸੀ। ਪਰ ਹੋਇਆ ਕੀ, ਹਾਂਜੀ, ਕਈ ਵੀਰ ਭੈਣ ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਜਾਂ ਉਹਨਾਂ ਕੋਲੇ ਸਟੂਡੈਂਟ ਵੀਜ਼ਾ ਸੀਗਾ, ਉਹ ਆਪਣੇ ਹੋਮ ਕੰਟਰੀ ਚਲੇ ਗਏ ਤੇ ਉੱਥੇ ਸਟਕ ਹੋ ਗਏ ਕਿਉਂਕਿ ਵਾਪਸ ਨਹੀਂ ਆ ਸਕਦੇ। ਹਾਂਜੀ, ਉਹਨਾਂ ਨੇ ਬਾਹਰ ਬਹਿ ਕੇ ਆਪਣੀ ਪੜ੍ਹਾਈ ਆਨਲਾਈਨ ਪੂਰੀ ਕਰ ਲਈ, ਸਟੂਡੈਂਟ ਵੀਜ਼ਾ ਉਹਨਾਂ ਦੇ ਐਕਸਪਾਇਰ ਹੋ ਗਏ। ਠੀਕ ਆ, ਫਿਰ ਉਹ ਜਿਹੜੇ ਐਪਲੀਕੈਂਟਸ ਨੇ ਜਿਹੜੇ 1 ਫਰਵਰੀ 2020 ਤੋਂ ਲੈ ਕੇ ਕੰਸੈਸ਼ਨ ਪੀਰੀਅਡ ਦੇ ਦੌਰਾਨ ਬਾਹਰ ਸੀਗੇ, ਉਹ 485 ਦੀ ਐਪਲੀਕੇਸ਼ਨ ਫਰੋਮ ਆਊਟਸਾਈਡ ਆਸਟ੍ਰੇਲੀਆ ਲਾ ਸਕਦੇ। ਅੱਛਾ ਜੀ। ਠੀਕ ਆ, ਉਹਨਾਂ ਨੂੰ ਪਹਿਲਾ ਕੰਸੈਸ਼ਨ ਤਾਂ ਇਹ ਦਿੱਤਾ ਗਿਆ ਕਿਉਂਕਿ ਜਦੋਂ 485 ਵੀਜ਼ਾ ਐਪਲੀਕੇਸ਼ਨ ਲਾਉਣੀ ਹੁੰਦੀ ਆ, ਇਹ ਰਿਕੁਆਇਰਮੈਂਟ ਆ ਵੀ ਪਿਛਲੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਸਟੂਡੈਂਟ ਵੀਜ਼ਾ ਹੋਲਡ ਕੀਤਾ ਹੋਣਾ ਚਾਹੀਦਾ। ਅੱਛਾ, ਹੁਣ ਫੋਰ ਐਗਜ਼ਾਮਪਲ ਕਿਸੇ ਦਾ ਸਟੂਡੈਂਟ ਵੀਜ਼ਾ ਮਾਰਚ 'ਚ ਮੁੱਕ ਗਿਆ 2020 'ਚ, ਹਾਂਜੀ, ਹੁਣ ਚੱਲਦੀ ਹੈ ਸਤੰਬਰ, 6 ਮਹੀਨੇ ਤਾਂ ਟੱਪ ਗਏ। ਜਿਨ੍ਹਾਂ ਨੇ ਸਟੂਡੈਂਟ ਵੀਜ਼ਾ 6 ਮਹੀਨੇ ਲਈ ਹੋਲਡ ਕੀਤਾ ਸੀ, ਉਹ ਕੰਸੈਸ਼ਨ ਵਧਾ ਕੇ 12 ਮਹੀਨੇ ਕਰਤਾ ਵੀ ਤੁਸੀਂ ਪਿਛਲੇ 12 ਮਹੀਨਿਆਂ ਦੇ ਵਿੱਚ ਸਟੂਡੈਂਟ ਵੀਜ਼ਾ ਜੇ ਹੋਲਡ ਕੀਤਾ, ਕੰਸੈਸ਼ਨ ਪੀਰੀਅਡ ਦੇ ਦੌਰਾਨ 1 ਫਰਵਰੀ 2020 ਤੋਂ ਲੈ ਕੇ 19 ਸਤੰਬਰ 2020 ਤੱਕ ਤੁਸੀਂ ਕੰਟਰੀ ਆਊਟ ਕੀਤਾ, ਤੁਸੀਂ 12 ਮਹੀਨੇ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਜਿਹੜੀ 485 ਦੀ ਲਾ ਸਕਦੇ। ਠੀਕ ਆ, ਇਹ ਤਾਂ ਸੀਗਾ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕੀਤਾ ਹੋਣਾ ਚਾਹੀਦਾ, 6 ਮਹੀਨੇ ਦੀ ਬਜਾਏ 12 ਮਹੀਨੇ ਕਰਤਾ। ਕਿੰਨਾ ਲਈ ਆ ਇਹ? ਜਿਹੜੇ ਬਾਹਰ ਸਟਕ ਨੇ, ਜਿਹੜੇ ਔਨਸ਼ੋਰ ਨੇ, ਉਹਨਾਂ ਲਈ ਕੰਸੈਸ਼ਨ ਅਵੇਲੇਬਲ ਨਹੀਂ ਹੈ। ਠੀਕ ਆ, ਠੀਕ ਹੈ ਜੀ। ਦੂਜੀ ਰਿਕੁਆਇਰਮੈਂਟ ਇਹਦੀ ਕੀ ਹੁੰਦੀ ਹੈ 485 ਵੀਜ਼ਾ ਐਪਲੀਕੇਸ਼ਨ ਦੀ? ਉਹ ਇਹ ਹੁੰਦੀ ਆ ਵੀ ਤੁਸੀਂ ਪਿਛਲੇ 6 ਮਹੀਨਿਆਂ 'ਚ ਸਟੱਡੀ ਪੂਰੀ ਕੀਤੀ ਹੋਣੀ ਚਾਹੀਦੀ ਹੈ, ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ। ਹੁਣ ਇੱਥੇ ਥੋੜੀ ਜਿਹੀ ਕੁੰਡੀ ਹੈ। ਅੱਛਾ ਜੀ। ਮਿਨਿਸਟਰ ਨੇ ਇਹ ਅਨਾਉਂਸ ਕੀਤਾ ਵੀ ਜਿਹੜੇ ਐਪਲੀਕੈਂਟਸ 1 ਫਰਵਰੀ 2020 ਤੋਂ 19 ਸਤੰਬਰ 2020 ਤੱਕ ਕੰਟਰੀ ਆਊਟ ਕੀਤਾ ਸੀ, ਜਿਨ੍ਹਾਂ ਨੇ ਅੱਛਾ ਜੀ ਬਾਹਰ ਗਏ ਸੀ, ਉਹਨਾਂ ਲਈ ਜਿਹੜੀ ਇਹ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਆ, ਪਿਛਲੇ 6 ਮਹੀਨਿਆਂ ਦੀ ਬਜਾਏ ਉਹ ਪਿਛਲੇ 12 ਮਹੀਨਿਆਂ 'ਚ ਪੂਰੀ ਕੀਤੀ ਹੋ ਸਕਦੀ। 12 ਮਹੀਨੇ 1 ਫਰਵਰੀ ਤੋਂ ਪਹਿਲਾਂ ਜਾਂ 1 ਫਰਵਰੀ ਤੋਂ ਬਾਅਦ ਦੀ ਗੱਲ ਹੈ ਜੀ? ਹਾਂਜੀ, ਜਿਨ੍ਹਾਂ ਦੀ 1 ਫਰਵਰੀ 2020 ਤੋਂ ਸਟਾਰਟ ਹੋਇਆ, ਜੇ ਤੁਸੀਂ ਮੰਨ ਲਓ ਅੱਜ ਐਪਲੀਕੇਸ਼ਨ ਲਾਉਣੀ ਆ 20 ਸਤੰਬਰ 2020 ਨੂੰ, ਤਾਂ ਜੇ ਤੁਹਾਡੀ ਸਟੱਡੀ ਪਿਛਲੇ 12 ਮਹੀਨਿਆਂ ਦੇ ਵਿੱਚ ਕਦੇ ਵੀ ਕੰਪਲੀਟ ਹੋਈ ਆ, ਤੁਸੀਂ ਐਲੀਜੀਬਲ ਹੋ। ਸ਼ਰਤ ਇਹ ਆ ਤੁਸੀਂ 1 ਫਰਵਰੀ 2020 ਤੋਂ ਲੈ ਕੇ 19 ਸਤੰਬਰ 2020 ਤੱਕ ਬਾਹਰ ਟਾਈਮ ਸਪੈਂਡ ਕੀਤਾ ਹੋਣਾ ਜ਼ਰੂਰੀ ਹੈ। ਓਕੇ, ਠੀਕ। ਕਿਉਂਕਿ ਕਈ ਕੇਸ 'ਚ ਇਦਾਂ ਵੀ ਹੈ ਨਾ, ਕੁਝ ਐਪਲੀਕੈਂਟ ਇਦਾਂ ਵੀ ਹੋਣਗੇ ਜਿਹੜੇ ਬਾਹਰ ਸਟਕ ਸੀ ਤੇ ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਗਈ, ਉੱਥੇ ਵਾਪਸ ਆ ਗਏ। ਹਾਂਜੀ, ਪਰ ਉਹਨਾਂ ਦਾ ਟਾਈਮ ਤਾਂ ਖਰਾਬ ਹੋਇਆ ਨਾ। ਬਿਲਕੁਲ, ਉਹਨਾਂ ਲਈ ਵੀ ਇਹ ਕੰਸੈਸ਼ਨ ਹੈ ਜਿਹੜਾ ਅਵੇਲੇਬਲ ਆ। ਠੀਕ ਆ, ਪਰ ਜਿਹੜੇ ਐਪਲੀਕੈਂਟ ਦੀ ਪੜ੍ਹਾਈ 19 ਸਤੰਬਰ 2020 ਤੋਂ ਬਾਅਦ ਪੂਰੀ ਹੋਣੀ ਹੈ ਤੇ ਉਹ ਬਾਹਰ ਨੇ ਕੰਟਰੀ ਤੋਂ, ਉਹਨਾਂ ਨੂੰ 6 ਮਹੀਨੇ ਦੇ ਵਿੱਚ ਹੀ ਵੀਜ਼ਾ ਪਾਉਣਾ ਪੈਣਾ। ਉਹ 12 ਮਹੀਨੇ ਆਏ ਨਹੀਂ ਹੋ ਸਕਦਾ ਵੀ ਤੁਸੀਂ ਅਗਲੇ ਸਾਲ ਤੱਕ ਇਹਨੂੰ ਵੇਲ ਕਰ ਲਓ। ਠੀਕ ਆ, ਜਿਹੜੀ 12 ਮਹੀਨੇ ਸਟੱਡੀ ਰਿਕੁਆਇਰਮੈਂਟ ਆ ਉਹ ਪਾਸਟ ਵਾਲਿਆਂ ਲਈ ਆ, ਜਿਹੜੇ 1 ਫਰਵਰੀ 2020 ਤੋਂ 19 ਸਤੰਬਰ 2020 ਤੱਕ ਕੰਟਰੀ ਤੋਂ ਆਊਟ ਗਏ ਸੀ। ਠੀਕ ਆ, ਸੋ ਦੋ ਮੇਜਰ ਚੇਂਜਸ ਨੇ। ਹਾਂਜੀ, 485 ਬਾਹਰੋਂ ਅਪਲਾਈ ਕੀਤੀ ਜਾ ਸਕਦੀ ਹੈ। ਹਾਂਜੀ, ਠੀਕ ਆ, ਜਿਹੜਾ ਸਟੂਡੈਂਟ ਵੀਜ਼ਾ ਜਾਂ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਤੁਸੀਂ ਪਿਛਲੇ 6 ਮਹੀਨਿਆਂ 'ਚ ਪੂਰੀ ਕਰਨੀ ਹੁੰਦੀ ਸੀ, ਉਹ ਤੁਸੀਂ 12 ਮਹੀਨਿਆਂ ਤੱਕ ਪੂਰੀ ਕੀਤੀ ਹੋਈ ਆ ਜੇ ਪਿਛਲੇ 12 ਮਹੀਨਿਆਂ ਤੱਕ, ਤਾਂ ਵੀ ਇਹ ਵੀਜ਼ਾ ਜਿਹੜਾ ਅਪਲਾਈ
ਕਰ ਸਕਦੇ ਹੋ। ਹੁਣ ਹਾਂਜੀ ਬਹੁਤ ਸਾਰੇ ਦਰਸ਼ਕਾਂ ਦਾ ਇਹ ਕੁਐਸਚਨ ਹੋਊਗਾ ਵੀ ਅਸੀਂ 485 ਵੀਜ਼ਾ ਪਾਤਾ ਹਾਂਜੀ ਕੰਸੈਸ਼ਨ ਲੈ ਕੇ, ਠੀਕ ਹੈ, ਹਾਂਜੀ ਸਾਡਾ 485 ਵੀਜ਼ਾ ਗ੍ਰਾਂਟ ਹੋ ਗਿਆ। ਹਾਂਜੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਡਿਸਐਡਵਾਂਟੇਜ ਨਹੀਂ ਹੁੰਦੇ। ਉਹ 2 ਸਾਲ ਦਾ ਪੀਰੀਅਡ ਜਿਹੜਾ 485 ਦਾ ਹੈਗਾ ਉਹ ਸਟਾਰਟ ਉਦੋਂ ਹੋਣਾ ਜਦੋਂ ਤੁਸੀਂ ਇੱਥੇ ਲੈਂਡ ਕਰਨਾ ਆਸਟ੍ਰੇਲੀਆ ਦੇ ਵਿੱਚ। ਬਿਲਕੁਲ ਜੀ। ਠੀਕ ਆ, ਉਹ 2 ਸਾਲ ਦਾ ਪੀਰੀਅਡ ਜਿਹੜਾ ਇਟ ਵਿਲ ਬੀ ਕਾਊਂਟਡ ਫਰਮ ਦ ਡੇਟ ਆਫ ਐਂਟਰੀ। ਠੀਕ ਆ ਜੀ, ਇਹ ਤਾਂ ਚੇਂਜਸ ਨੇ 485 ਐਪਲੀਕੈਂਟਸ ਲਈ ਜਿਨ੍ਹਾਂ ਨੇ ਪੜ੍ਹਾਈ ਬਾਹਰ ਪੂਰੀ ਕੀਤੀ ਆ। ਇੱਕ ਚੀਜ਼ ਦੀ ਮੈਨੂੰ ਅਜੇ ਵੀ ਹੈਰਾਨੀ ਆ, ਹਾਂਜੀ ਡਿਪਾਰਟਮੈਂਟਲ ਪ੍ਰੋਸੈਸਿੰਗ ਸੈਂਟਰ ਨੇ ਇਹ ਤਾਂ ਕਲੀਅਰ ਕਰਤਾ ਸੀ ਵੀ ਜਿਹੜੇ ਐਪਲੀਕੈਂਟਸ ਔਨਸ਼ੋਰ ਨੇ ਚਾਹੇ ਆਫਸ਼ੋਰ ਨੇ, ਹਾਂਜੀ 485 ਲਈ ਟਾਈਮ ਆਫ ਐਪਲੀਕੇਸ਼ਨ ਰਿਕੁਆਇਰਮੈਂਟ ਆ ਤੁਹਾਡੇ ਕੋਲੇ ਆਈਲੈਟਸ ਜਾਂ ਪੀਟੀ ਜਾਂ ਇੰਗਲਿਸ਼ ਦੇ ਟੈਸਟ ਦਾ ਸਕੋਰ ਚਾਹੀਦਾ। ਡਿਪਾਰਟਮੈਂਟ ਨੇ ਇਹ ਤਾਂ ਰਾਈਟਿੰਗ 'ਚ ਕਲੀਅਰ ਕਰਤਾ ਸੀ ਵੀ ਤੁਸੀਂ ਆਪਣੀ ਜਿਹੜੀ ਅਪੁਆਇੰਟਮੈਂਟ ਆ ਉਹਦੀ ਕਨਫਰਮੇਸ਼ਨ ਲਾ ਦਿਓ, ਤੁਹਾਡੀ ਐਪਲੀਕੇਸ਼ਨ ਉਦੋਂ ਤੱਕ ਪ੍ਰੋਸੈਸ ਨਹੀਂ ਹੋਊਗੀ ਜਦੋਂ ਤੱਕ ਤੁਸੀਂ ਆਈਲੈਟਸ ਦੀ ਰਿਕੁਆਇਰਮੈਂਟ ਆ ਜਿਹੜੀ ਪੂਰੀ ਨਹੀਂ ਕਰ ਦਿੰਦੇ। ਪਰ ਆ ਜਿਹੜੀ ਲੈਜਿਸਲੇਟਿਵ ਚੇਂਜ ਆਈ ਆ ਇਹਦੇ ਵਿੱਚ ਮੈਂ ਐਕਸਪੈਕਟ ਕਰਦਾ ਸੀ ਵੀ ਜਿਹੜੀ ਆਈਲੈਟਸ ਦੀ ਰਿਕੁਆਇਰਮੈਂਟ ਆ ਜਾਂ ਇੰਗਲਿਸ਼ ਦੀ ਰਿਕੁਆਇਰਮੈਂਟ ਆ ਉਹ ਟਾਈਮ ਆਫ ਐਪਲੀਕੇਸ਼ਨ ਦੀ ਬਜਾਏ ਟਾਈਮ ਆਫ ਡਿਸੀਜਨ ਕੀਤੀ ਜਾਊਗੀ, ਉਹ ਅਜੇ ਕੀਤੀ ਨਹੀਂ ਗਈ। ਅੱਛਾ ਜੀ। ਡਿਪਾਰਟਮੈਂਟ ਨੇ ਰਾਈਟਿੰਗ 'ਚ ਜ਼ਰੂਰ ਦਿੱਤਾ ਸੀ ਪਹਿਲਾਂ, ਪਰ ਇਸ ਬਾਰੇ ਅਜੇ ਵੀ ਇਹ ਲੈਜਿਸਲੇਸ਼ਨ ਆ ਜਿਹੜੀ ਸਾਇਲੈਂਟ ਆ। ਇਹ ਬੇਸਿਕਲੀ ਗੱਲ ਕੀ ਕਰਦੀ ਆ, ਤੁਹਾਡੀ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਦੀ ਤੇ ਤੁਹਾਡੇ ਸਟੂਡੈਂਟ ਵੀਜ਼ਾ ਤੁਸੀਂ ਕਿੰਨਾ ਟਾਈਮ ਪਹਿਲਾਂ ਹੋਲਡ ਕੀਤਾ, ਠੀਕ ਆ, ਤੇ ਉਹਦੇ ਡਿਊਰੇਸ਼ਨ ਦੀ ਗੱਲ ਕਰਦੀ ਆ। ਸੋ ਇਹ ਕੰਸੈਸ਼ਨਸ ਤਾਂ ਸੀਗੀਆਂ 485 ਹਾਂਜੀ, ਠੀਕ ਆ। ਹੁਣ ਆਪਾਂ ਚੱਲੀਏ 887 ਜਿਹੜੀ ਸਬ ਕਲਾਸ 887 ਆ ਉਹਨੂੰ ਸਕਿਲਡ ਰੀਜਨਲ ਵੀਜ਼ਾ ਬੋਲਦੇ ਆ। ਇਹ ਕਦੋਂ ਪੈਂਦੀ ਆ, ਜਦੋਂ ਕੋਈ ਕੁਆਲੀਫਾਈਂਗ ਵੀਜ਼ਾ ਫੋਰ ਐਗਜ਼ਾਮਪਲ ਸਬ ਕਲਾਸ 489 ਤੁਸੀਂ ਹੋਲਡ ਕੀਤਾ ਹੋਇਆ, ਉਸ ਵੀਜ਼ੇ ਤੇ ਤੁਸੀਂ 2 ਸਾਲ ਆਸਟ੍ਰੇਲੀਆ ਤੇ ਰੀਜਨਲ ਏਰੀਆ 'ਚ ਰਹਿ ਲਏ ਤੇ ਉਹ 2 ਸਾਲਾਂ 'ਚੋਂ 1 ਸਾਲ ਤੁਸੀਂ ਇੱਥੇ ਕੰਮ ਕੀਤਾ ਉਸ ਰੀਜਨਲ ਏਰੀਆ 'ਚ ਰਹਿ ਕੇ, ਠੀਕ ਆ। ਹੁਣ ਤੱਕ ਜਿਹੜੀ 887 ਐਪਲੀਕੇਸ਼ਨ ਲੱਗਦੀ ਸੀ ਇਹ ਵੀ ਉਦੋਂ ਹੀ ਅਪਲਾਈ ਕੀਤੀ ਜਾ ਸਕਦੀ ਸੀ ਜੇ ਤੁਸੀਂ ਆਸਟ੍ਰੇਲੀਆ ਦੇ ਅੰਦਰ ਬੈਠੇ, ਆਊਟਸਾਈਡ ਆਸਟ੍ਰੇਲੀਆ ਇਹ ਐਪਲੀਕੇਸ਼ਨ ਨਹੀਂ ਲੱਗਦੀ ਸੀ, ਠੀਕ ਹੈ। ਹੁਣ ਇਹਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਨੇ 489 ਵੀਜ਼ਾ ਹੋਲਡਰ ਨੇ ਜਿਹੜੇ ਕੰਟਰੀ ਤੋਂ ਬਾਹਰ ਸਟਕ ਹੋ ਗਏ, ਉਹ ਨੀਅਰ ਟੂ ਆਪਣਾ ਜਿਹੜਾ ਟਾਈਮ ਪੀਰੀਅਡ ਸੀ ਉਹ ਕੰਪਲੀਟ ਕਰਨ ਵਾਲੇ ਸੀ ਜਾਂ ਕਰ ਚੁੱਕੇ ਸੀ, ਹਾਂਜੀ, ਪਰ ਕੰਟਰੀ ਤੋਂ ਬਾਹਰ ਹੋਣ ਕਰਕੇ ਉਹ ਵੀਜ਼ਾ ਅਪਲਾਈ ਨਹੀਂ ਕਰ ਸਕੇ। ਸੋ ਉਹਨਾਂ ਨੂੰ ਗਵਰਨਮੈਂਟ ਨੇ ਰਿਆਇਤ ਦਿੱਤੀ ਆ ਵੀ ਜੇ ਤੁਸੀਂ 489 ਵੀਜ਼ਾ ਹੋਲਡ ਕੀਤਾ ਜਾਂ ਕਰਦੇ ਤੇ ਕੰਟਰੀ ਤੋਂ ਬਾਹਰੋਂ ਤਾਂ ਤੁਸੀਂ 887 ਵੀਜ਼ਾ ਅਪਲਾਈ ਕਰ ਸਕਦੇ। ਅੱਛਾ, ਠੀਕ ਹੈ। ਹੁਣ 887 ਅਪਲਾਈ ਕਰਨ ਲਈ ਜਿਹੜੀ ਰਿਕੁਆਇਰਮੈਂਟ 2 ਸਾਲ ਰੈਜ਼ੀਡੈਂਟਸ ਦੀ ਸੀਗੀ ਰੀਜਨਲ ਡੈਜ਼ਿਗਨੇਟਡ ਰੀਜਨਲ ਏਰੀਆ 'ਚ, ਜਿਹੜੇ ਐਪਲੀਕੈਂਟ ਕੰਟਰੀ ਤੋਂ ਬਾਹਰ ਨੇ, ਠੀਕ ਆ, ਉਹਨਾਂ ਦੀ ਜਿਹੜੀ ਇਹ ਰਿਕੁਆਇਰਮੈਂਟ ਆ ਉਹ 18 ਮਹੀਨੇ ਕਰਤੀ। ਅੱਛਾ ਜੀ, ਅੰਡਰਸਟੂਡ। ਜਿਵੇਂ ਹੁਣ ਫੋਰ ਐਗਜ਼ਾਮਪਲ ਕੋਈ ਬੰਦਾ, ਹਾਂਜੀ, 1.5 ਸਾਲ ਕਰਤੀ, ਜਿਹੜਾ ਨਾ ਤੁਸੀਂ ਬਾਹਰ ਬੈਠੇ ਐਪਲੀਕੇਸ਼ਨ ਲਾ ਸਕਦੇ ਹੋ, ਹਾਂਜੀ, ਜਿਹੜਾ 24 ਮਹੀਨੇ ਦਾ ਪੀਰੀਅਡ ਸੀ ਉਹ 18 ਮਹੀਨੇ ਕਾਊਂਟ ਹੋਊ। ਪਰ ਉਹ ਕੰਮ ਦਾ 1 ਸਾਲ ਦਾ ਕੰਮ ਤਾਂ ਦਿਖਾਉਣਾ ਪਊਗਾ ਨਾ ਜੀ, ਉਹ ਜੋ 12 ਮਹੀਨੇ ਭਾਈ ਜਿਹੜਾ 18 ਮਹੀਨੇ, ਹਾਂਜੀ, ਕੰਮ ਦਿਖਾਉਣਾ ਪੈਣਾ, ਉਹਦੇ ਤੇ ਵੀ ਆਪਾਂ ਆਉਂਦੇ ਆ। ਉਹ ਜਿਹੜਾ 1 ਸਾਲ ਦਾ ਕੰਮ ਆ ਉਹਦੇ ਵਿੱਚ ਕੰਸੈਸ਼ਨ ਦਿੱਤਾ 3 ਮਹੀਨੇ ਦਾ। ਅੱਛਾ ਜੀ। ਉਹ ਜਿਹੜਾ ਕੰਸੈਸ਼ਨ ਆ 9 ਮਹੀਨੇ ਵਾਲਾ, ਉਹ ਰਿਗਾਰਡਲੈਸ ਤੁਸੀਂ ਔਨਸ਼ੋਰ ਹੋ ਚਾਹੇ ਆਫਸ਼ੋਰ ਹੋ, ਜੇ ਤੁਸੀਂ ਕੰਸੈਸ਼ਨ ਪੀਰੀਅਡ ਦੇ ਵਿੱਚ ਜਾਂ ਕੰਸੈਸ਼ਨ ਪੀਰੀਅਡ ਐਂਡ ਹੋਣ ਤੋਂ 3 ਮਹੀਨੇ ਬਾਅਦ ਤੱਕ, ਇਸ ਕੇਸ 'ਚ, ਹਾਂਜੀ, ਮੰਨ ਲਓ ਹੁਣ ਕੰਸੈਸ਼ਨ ਪੀਰੀਅਡ ਫੈਬਰੂਅਰੀ 2021 'ਚ ਬੰਦ ਹੋ ਗਿਆ, ਵਿਦਿਨ 3 ਮੰਥਸ ਤੁਸੀਂ 887 ਦੀ ਵੀਜ਼ਾ ਐਪਲੀਕੇਸ਼ਨ ਲਾਉਂਦੇ ਹੋ, ਤਾਂ ਕੋਵਿਡ ਦੇ ਦੌਰਾਨ ਜੇ ਤੁਹਾਡਾ ਕੰਮ ਅਫੈਕਟ ਹੋਇਆ, ਕਿਉਂਕਿ ਉਹਦਾ ਔਨਸ਼ੋਰ ਐਪਲੀਕੈਂਟਸ ਦਾ ਵੀ ਹੋਇਆ ਨਾ, ਬਿਲਕੁਲ ਬਿਲਕੁਲ, ਠੀਕ ਆ, ਤੁਸੀਂ 887 ਦੀ ਐਪਲੀਕੇਸ਼ਨ ਹੈ ਜਿਹੜੀ 9 ਮਹੀਨੇ ਦੇ ਕੰਮ ਦੇ ਆਧਾਰ ਤੇ ਲਾ ਸਕਦੇ। ਓਕੇ, ਠੀਕ ਆ। ਜਿਹੜੀ ਕੰਮ ਦੀ ਕੰਸੈਸ਼ਨ ਆ ਉਹ ਔਨਸ਼ੋਰ ਤੇ ਆਫਸ਼ੋਰ ਦੋਨਾਂ ਲਈ ਆ। ਜਿਹੜੀ ਰੈਜ਼ੀਡੈਂਸ ਦੀ ਕੰਸੈਸ਼ਨ ਆ ਇਹ ਸਿਰਫ ਉਹਨਾਂ ਐਪਲੀਕੈਂਟਸ ਲਈ ਆ
ਜਿਹੜੇ ਕੰਟਰੀ ਤੋਂ ਬਾਹਰੋਂ ਐਪਲੀਕੇਸ਼ਨ 887 ਦੀ ਅਪਲਾਈ ਕਰਨਗੇ। ਸੋ ਇਹ 887 ਦੀਆਂ ਰਿਕੁਆਇਰਮੈਂਟ ਸੀਗੀਆਂ, ਠੀਕ ਆ। ਜਿਹੜਾ 2 ਸਾਲ ਦਾ ਰੈਜ਼ੀਡੈਂਸ ਪੀਰੀਅਡ ਆ ਉਹ ਔਨਸ਼ੋਰ ਵਾਲਿਆਂ ਨੂੰ ਸਰਵ ਕਰਨਾ ਹੀ ਪੈਣਾ। ਇਹ ਰਿਆਇਤ ਸਿਰਫ ਜਿਨ੍ਹਾਂ ਨੇ ਆਫਸ਼ੋਰ ਤੋਂ ਐਪਲੀਕੇਸ਼ਨ ਲਾਉਣੀ ਆ ਉਹਨਾਂ ਲਈ ਆ। ਜਿਹੜਾ ਵਰਕ ਰਿਕੁਆਇਰਮੈਂਟ ਆ 9 ਮੰਥਸ ਦੀ ਫੁੱਲ ਟਾਈਮ ਵਰਕ ਸਪੈਸੀਫਾਈਡ ਰੀਜਨਲ ਏਰੀਆ 'ਚ, ਉਹ ਚਾਹੇ ਤੁਸੀਂ ਔਨਸ਼ੋਰ ਹੋ ਚਾਹੇ ਆਫਸ਼ੋਰ ਹੋ, ਉਹ ਤੁਸੀਂ ਅਵੇਲ ਕਰ ਸਕਦੇ ਹੋ। ਇਹ 19 ਸਤੰਬਰ 2020 ਤੋਂ ਲਾਗੂ ਹੋ ਗਿਆ, ਠੀਕ ਆ। ਇਹ ਜਿਹੜੀ ਚੀਜ਼ ਆ ਇਹ ਚਾਲੂ ਹੋ ਚੁੱਕੀ ਆ, ਠੀਕ ਆ। ਸੋ ਇਹਨਾਂ ਇਹ ਬਹੁਤ ਵੱਡੀਆਂ ਚੇਂਜਸ ਨੇ ਜਿਹੜੀਆਂ ਸਰਕਾਰ ਨੇ ਲੈ ਕੇ ਆਂਦੀਆਂ ਨੇ, ਕਿਉਂਕਿ ਮਾਈਗ੍ਰੇਸ਼ਨ ਰੈਗੂਲੇਸ਼ਨ ਅਮੈਂਡ ਕੀਤੀ ਹੈ, ਠੀਕ ਆ। ਬਾਈ ਜੀ ਇਹਦੇ ਵਿੱਚ ਥੋੜਾ ਜਿਹਾ ਇਹ ਵੀ ਮੈਂ ਪੁੱਛਣਾ ਚਾਹੁੰਦਾ ਜੋ 485 ਵੀਜ਼ਾ ਉਹਦੇ ਚ ਕੋਈ ਇਹ ਸਾਰੀਆਂ ਸਟੇਟਸ ਲਈ ਇਕੁਅਲ ਆ ਹਨਾ ਜੀ, ਜੋ ਵੀ ਆਏ ਅਪਡੇਟਸ? ਜਿਹੜਾ ਹੁਣ ਤੱਕ ਬਾਈ ਜੀ ਲੱਗਣਾ ਉਹ ਤਾਂ ਸਾਰੀਆਂ ਸਟੇਟਸ ਲਈ ਇਕੁਅਲ ਹੀ ਆ। ਜਿਹੜੀਆਂ 2, 3, 4 ਸਾਲ ਵਾਲੀ ਰੀਜਨਲ 485 ਮਿਲਣੀ ਆ ਉਹ ਤਾਂ 16 ਨਵੰਬਰ 2019 ਤੋਂ ਸਟਾਰਟ ਹੋਇਆ। ਜੇ ਬਾਹਲੇ ਐਪਲੀਕੈਂਟ ਹੋਣੇ ਨਹੀਂ ਹੈਗੇ, ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਜਦੋਂ ਪੜ੍ਹਾਈਆਂ ਪੂਰੀਆਂ ਹੋਣਗੀਆਂ, ਠੀਕ ਆ। ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਅਜੇ ਵੀ ਕੁਝ ਚੀਜ਼ਾਂ ਹੈਗੀਆਂ ਨੇ, ਜਿੱਦਾਂ ਮੈਂ ਇੰਗਲਿਸ਼ ਦੀ ਗੱਲ ਕੀਤੀ ਆ, ਠੀਕ ਆ। ਤੋ ਇਹ ਚੀਜ਼ ਅਜੇ ਵੀ ਕਲੀਅਰ ਨਹੀਂ ਕੀਤੀ, ਪਰ ਜਿਨ੍ਹਾਂ ਨੇ ਬਿਨਾਂ ਇੰਗਲਿਸ਼ ਤੋਂ ਵੀਜ਼ਾ ਪਾਇਆ, ਆਪਣੀ ਜਿਹੜੀ ਬੁਕਿੰਗ ਕਨਫਰਮੇਸ਼ਨ ਲਗਾ ਕੇ 485, ਚਾਹੇ ਉਹ ਔਨਸ਼ੋਰ ਨੇ, ਤੁਹਾਨੂੰ ਇੱਕ ਚਾਂਸ ਜ਼ਰੂਰ ਮਿਲਣਾ। ਜਿਹੜੇ ਟਾਈਮ ਤੇ ਤੁਸੀਂ ਪੀਟੀ ਦਿੱਤਾ, ਤਾਂ ਜੇ ਤੁਸੀਂ ਉਹ 'ਚ ਸਕੋਰ ਕਰ ਜਾਂਦੇ ਹੋ ਤਾਂ ਤੁਹਾਨੂੰ 485 ਵੀਜ਼ਾ ਜਿਹੜਾ ਉਹ ਗ੍ਰਾਂਟ ਕਰ ਦਿੱਤਾ ਜਾਊਗਾ। ਸੋ 888 ਜਾਂ 790, ਜੇ ਉਹਦੀ ਕਿਸੇ ਨੇ ਮੇਰੇ ਤੋਂ ਇਨਫੋਰਮੇਸ਼ਨ ਲੈਣੀ ਹੋਵੇ, ਤੁਸੀਂ ਮੈਨੂੰ ਅਲੱਗ ਤੋਂ ਈਮੇਲ ਕਰ ਸਕਦੇ ਹੋ। 888 ਬਿਜ਼ਨਸ ਰਿਲੇਟਡ ਵੀਜ਼ਾ, 790 ਇੱਕ ਸੇਫ ਹੈਵਨ ਵੀਜ਼ਾ। ਪਰ ਉਹ ਟੂ ਬੀ ਓਨੈਸਟ ਜਿਹੜੇ ਦਰਸ਼ਕ ਆਪਾਂ ਨੂੰ ਸੁਣਦੇ ਆ ਜਾਂ ਜਿਹੜਾ ਸਾਡਾ ਭਾਈਚਾਰਾ, ਉਹਨਾਂ ਤੇ ਐਪਲੀਕੇਬਲ ਨਹੀਂ ਹੈਗਾ। ਬਹੁਤ ਘੱਟ ਐਪਲੀਕੈਂਟਸ ਨੇ ਜਿਹੜੇ ਉਹ ਸਬ ਕਲਾਸਿਸ ਆਪਣੀ ਕਮਿਊਨਿਟੀ ਦੇ ਵਿੱਚੋਂ ਅਪਲਾਈ ਕਰਦੇ ਆ। ਇਸੇ ਕਰਕੇ ਜਿਹੜਾ ਮੇਨ ਫੋਕਸ ਸੀ ਉਹ 887 ਤੇ 485 ਤੇ ਰੱਖਿਆ ਮੈਂ। ਕੰਸੈਸ਼ਨ ਪੀਰੀਅਡ ਦੇ ਦੌਰਾਨ ਜਿਹੜੇ ਅਪਲਾਈ ਕਰਨਗੇ ਉਹ ਇਹ ਕੰਸੈਸ਼ਨ ਅਵੇਲ ਕਰਕੇ ਆਪਣੀ ਐਪਲੀਕੇਸ਼ਨ ਲਾ ਸਕਦੇ ਆ। ਇਹ ਤਾਂ ਸੀਗੇ ਬਾਈ ਜੀ ਅਪਡੇਟ ਜਿਹੜੇ ਕੱਲ ਤੋਂ ਲਾਗੂ ਹੋਏ ਨੇ।